ਇਹ ਬੀਬੀ ਹੁਣ ਤਾਂ ਰਣਜੀਤ ਕੌਰ ਅੰਮ੍ਰਿਤ ਛਕ ਕੇ। ਅੱਛਾ ਜੀ। ਇਹ ਹੈਗੇ ਆਪਣੇ ਛੱਤੀਸਗੜ੍ਹ ਤੋਂ ਆਦਿਵਾਸੀ ਜਿਨ੍ਹਾਂ ਨੂੰ ਕਿਹਾ ਜਾਂਦਾ। ਅੱਛਾ ਜੀ, ਆਦੀਵਾਸੀ ਨੇ। ਆਦਿਵਾਸੀ ਬਈ ਜਦੋਂ ਤਾਂ ਜੀ ਸਾਡੇ ਸਿੱਖਾਂ ਨੂੰ ਕ੍ਰਿਸਚਨਟੀ ਬਦਲਾਈ ਜਾਂਦੀ ਜਾਂ ਕ੍ਰਿਸਚਨ ਬਣਾਇਆ ਜਾਂਦਾ, ਉਦੋਂ ਜੀ ਬੜੇ ਸਿੱਖ ਉਹਨਾਂ ਨੇ ਕਹਿਣਾ ਤੜਫਦੇ ਆ ਜੀ। ਹਾਲਾਂਕਿ ਇਹ ਸਿੱਖਾਂ ਨੇ ਹੀ ਸਵਾਲ ਕਰਨੇ ਆ ਜੀ। ਤੇ ਅੱਜ ਵੀ ਕ੍ਰਿਸਚਨ ਧਰਮ ਤੋਂ ਆ ਕੇ ਫਿਰ ਅਸੀਂ ਕਹਿੰਦੇ ਜੀ ਬਹੁਤ ਵਧੀਆ ਚੜ੍ਹਦੀ ਕਲਾ ਹੋਊਗੀ ਜੀ। मेरा पहले तारिका तरंगनी लकड़ा नाम था। अच्छा। अभी मेरा नाम जरनैल कौर है। ਜਰਨੈਲ ਕੌਰ ਪਹਿਲੇ ਕੀ ਸੀ ਜੀ? तारिका तरंगनी लकड़ा। हम जानते हैं कि क्रिश्चियन धर्म जो है वो विदेश से आया है। जी। लोगों ने विदेश से इसको पालन किया है। तो हमारे गुरुओं ने जब हमारे देश में ही इतने हमारे लिए कर्म किए हैं, इतने बलिदान दिए हैं, ਜੀ। तो फिर हम बाहरी को क्यों देखें। मैं यीशु मसीह की बुराई नहीं करती। बाबा जी ने जब मेरा नाम दिया जरनैल कौर, आज भी मेरे घर पुलिस आती है, परेशान करते हैं, गैर सरकारी कर्मचारी परेशान। मैं महसूस करती हूँ कि संत जरनैल सिंह ने कितना संघर्ष किया होगा। मैं उनको अपने साथ महसूस करती हूँ। आप भी सिंह सज गए? हाँ जी, हाँ जी। क्या नाम रख दिया आप? अकालजोत सिंह। अकालजोत सिंह। ਗਿਣਤੀ ਸਾਡੀ 2.5 ਕਰੋੜ ਆ। 96 ਕਰੋੜ ਕਦੋਂ ਬਣਿਆ? ਦੇਖੋ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਵੇਲੇ ਪੂਰੇ ਭਾਰਤ ਦੇ ਵਿੱਚੋਂ ਲਏ। ਜੀ ਜੀ। ਬਿਦਰ ਤੋਂ ਆਏ, ਕਰਨਾਟਕਾ ਤੋਂ ਆਏ, ਲਾਹੌਰ ਤੋਂ ਆਏ, ਪੂਰੇ ਭਾਰਤ ਦੇ ਵਿੱਚੋਂ ਲਏ ਨਾ। ਤੇ ਫਿਰ ਹੁਣ ਸਾਨੂੰ ਵੀ ਭਾਰਤ ਦੇ ਵਿੱਚ ਜਾਣਾ ਪਊਗਾ। ਬਾਰਡਰਾਂ 'ਤੇ ਲੰਗਰ ਚੱਲਦੇ ਦੇਖੇ, ਸਰਕਾਰ ਦੇ ਨਾਲ ਟਕਰਾਅ ਦੇਖਿਆ, ਹਿੰਮਤ ਦੇਖੀ, ਦਲੇਰੀ ਦੇਖੀ, ਤੇ ਜੋ ਕੁਛ ਉੱਥੇ ਦੇਖਿਆ ਉਹਨਾਂ ਦੇ ਮਨਾਂ ਦੇ ਵਿੱਚ ਹੀ ਵਸ ਗਿਆ ਵੀ ਅਸੀਂ ਵੀ ਸਿੱਖ ਬਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿੱਥੇ ਅਸੀਂ ਇੱਕ ਪਾਸੇ ਕਹਿ ਰਹੇ ਹਾਂ ਵੀ ਸਾਡੇ ਨੌਜਵਾਨ ਜਿਹੜੇ ਹੈਗੇ ਆ ਪਤਿਤ ਪੁਣੇ ਵੱਲ ਵੱਧਦੇ ਜਾ ਰਹੇ ਆ ਜਾਂ ਸਿੱਖੀ ਦੇ ਵੱਲ ਨਹੀਂ ਆ ਰਹੇ, ਤਾਂ ਉੱਥੇ ਦੂਜੇ ਪਾਸੇ ਕਹਿੰਦੇ ਆ ਵੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਅਜਿਹੇ ਵੀ ਨੇ ਜਿਹੜੇ ਸਿੱਖੀ ਵੱਲ ਨੂੰ ਵੱਧ ਰਹੇ ਨੇ। ਬਹੁਤ ਸਾਰੇ ਦੂਜੇ ਧਰਮਾਂ ਤੋਂ ਵੀ ਜਿਹੜੇ ਵੀਰ ਭੈਣ ਨੇ ਉਹ ਵੀ ਇੱਧਰ ਨੂੰ ਆ ਰਹੇ ਆ। ਸੋ ਅਸੀਂ ਅੱਜ ਇੱਕ ਅਜਿਹੇ ਹੀ ਵੀਰ ਭੈਣਾਂ ਦੇ ਨਾਲ ਤੁਹਾਨੂੰ ਮਿਲਾਉਣਾ। ਬਾਬਾ ਰਾਜਾ ਰਾਜ ਸਿੰਘ ਜੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜ਼ਰੂਰ ਜਾਣਕਾਰੀ ਦਿਓ ਜੀ ਸਾਨੂੰ। ਇਹ ਬੀਬੀ ਹੁਣ ਤਾਂ ਰਣਜੀਤ ਕੌਰ ਅੰਮ੍ਰਿਤ ਛਕ ਕੇ। ਅੱਛਾ ਜੀ। ਇਹ ਹੈਗੇ ਆਪਣੇ ਛੱਤੀਸਗੜ੍ਹ ਤੋਂ ਆਦਿਵਾਸੀ ਜਿਨ੍ਹਾਂ ਨੂੰ ਕਿਹਾ ਜਾਂਦਾ। ਅੱਛਾ ਜੀ, ਆਦੀਵਾਸੀ ਨੇ। ਆਦਿਵਾਸੀ ਤੇ ਇਹ ਕ੍ਰਿਸਚਨ, ਜਿਹੜਾ ਕ੍ਰਿਸਚਨ ਇਹਨਾਂ ਦਾ ਸਾਰਾ ਪਰਿਵਾਰ ਕ੍ਰਿਸਚਨ ਸੀਗਾ ਜੀ। ਯੀਸ਼ੂ ਮਸੀਹ ਨੂੰ ਮੰਨਣ ਵਾਲੇ। ਤੇ ਜਦੋਂ ਇਹ ਸਾਡੇ ਕੋਲ ਉੱਥੇ ਸਿੰਘੂ ਮੋਰਚਾ ਲੱਗਿਆ, ਫਿਰ ਇਹ ਆਪਣੇ ਬਾਮ ਸੇਵ ਦੀ ਤਰਫੋਂ ਸਾਡੇ ਕੋਲ ਉੱਥੇ ਕੈਂਪ ਦੇ ਵਿੱਚ ਰਹੇ ਜੀ। ਇਹਨਾਂ ਨੇ ਆਪਣੇ 3-4 ਮਹੀਨੇ ਸਾਡੇ ਕੋਲ ਰਹੇ। ਇਹਨਾਂ ਨੇ ਸਾਰਾ ਦੇਖਿਆ ਉੱਥੇ ਸਿਸਟਮ, ਸਿੱਖੀ ਦਾ ਵਰਤਾਰਾ, ਹੋਰ ਜੋ ਵੀ ਉੱਥੇ ਦੇਖਿਆ ਇਹਨਾਂ ਨੇ। ਫਿਰ ਉੱਥੋਂ ਪ੍ਰੇਰਿਤ ਹੋ ਕੇ ਸਿੰਘਾਂ ਤੋਂ ਇਹਨਾਂ ਨੇ ਅੰਮ੍ਰਿਤ ਛਕਿਆ। ਅੱਛਾ ਜੀ। ਇਹਨਾਂ ਦੇ ਪਰਿਵਾਰ ਨੂੰ ਗੱਲ ਕੀਤੀ ਗਈ, ਉਹ ਵੀ ਸਾਰੇ ਸਹਿਮਤ ਹੋ ਗਏ। ਇਹਦੇ ਘਰ ਵਾਲਾ, ਇਹਦੇ ਬੱਚੇ ਨੇ, ਇੱਕ ਇਹ ਲੜਕਾ, ਹੋਰ ਇੱਕ ਵੱਡਾ, ਉਹ ਆਪਣੇ ਵਕੀਲੀ ਦਾ ਕੋਰਸ ਕਰ ਰਿਹਾ। ਤੇ ਇਹਨਾਂ ਨੇ ਅੰਮ੍ਰਿਤ ਛਕ ਲਿਆ। ਤੇ ਹੁਣ ਉੱਥੇ ਜਾ ਕੇ ਫਿਰ ਬਾਬਾ ਚੜ੍ਹਤ ਸਿੰਘ ਤਰਨਾ ਦਲ ਦੇ ਜਿਹੜੇ ਮੁਖੀ ਨੇ ਸਿੰਘ ਸਾਹਿਬ ਜੀ, ਉੱਥੇ ਗਏ। ਛੱਤੀਸਗੜ੍ਹ ਦੇ ਵਿੱਚ 40 ਪਿੰਡਾਂ ਦੇ ਵਿੱਚ ਉਹਨਾਂ ਨੇ ਆਲੇ ਦੁਆਲੇ ਸਾਰੇ ਆਪਣੇ ਦੌਰਾ ਕੀਤਾ 40 ਪਿੰਡਾਂ ਦਾ। ਉੱਥੇ ਬਹੁਤ ਸਿੱਖੀ ਨਾਲ ਜੋੜੇ। ਤੇ ਫਿਰ ਇਹਨਾਂ ਨੇ ਉੱਥੇ ਨਿਸ਼ਾਨ ਸਾਹਿਬ ਵੀ ਅੱਜ ਇਹਨਾਂ ਦੇ ਉੱਥੇ ਗੁਰੂ ਘਰ ਬਣਾਉਣ ਵਾਸਤੇ ਝੁਲਾਤਾ। ਇਹਨਾਂ ਦੀ ਜ਼ਮੀਨ ਦੇ ਵਿੱਚ ਰੌਲਾ ਸੀਗਾ, ਉੱਥੇ ਬਣਾਤਾ। ਤੇ ਹੁਣ ਇਹਨਾਂ ਨੇ ਖਾਲਸਾ ਵਹੀਰ ਦਾ ਜਦੋਂ ਪ੍ਰੋਗਰਾਮ ਦੇਖਿਆ, ਇਹ ਦੇਖਦੇ ਸੀ ਉੱਥੋਂ, ਇਹ ਦੁਬਾਰਾ ਫੇਰ ਆ ਕੇ ਮੈਨੂੰ ਟੈਲੀਫੋਨ ਕਰਿਆ ਵੀ ਅਸੀਂ ਖਾਲਸਾ ਵਹੀਰ ਦੇ ਨਾਲ ਰਲਣਾ। ਤੇ ਉੱਥੋਂ ਆ ਕੇ ਫਿਰ 2 ਸਿੰਘਾਂ ਨੂੰ ਹੋਰ ਲੈ ਕੇ ਆਏ ਨੇ, ਅੰਮ੍ਰਿਤ ਛਕਾਇਆ ਇਹਨਾਂ ਨੇ। ਪਰਸੋਂ ਛਕਿਆ ਉੱਥੇ ਇੱਕ ਇਹ ਸਿੰਘ, ਇੱਕ ਹੋਰ ਆ। 2 ਸਿੰਘਾਂ ਨੇ ਅੰਮ੍ਰਿਤ ਛਕ ਲਿਆ। ਤੇ ਇਹ 8-10 ਜਣੇ ਉੱਥੋਂ ਆਦੀਵਾਸੀ ਨੇ ਜਿਹੜੇ ਆਏ ਹੋਏ ਨੇ। ਬਾਕੀ ਤੁਸੀਂ ਇਹਨਾਂ ਨੂੰ ਪੁੱਛੋ। ਪਰ ਬਾਬਾ ਜੀ, ਮੈਂ ਇੱਕ ਗੱਲ ਇਹਨਾਂ ਨਾਲ ਵੀ ਗੱਲ ਕਰਦੇ ਹਾਂ, ਪਰ ਹੁਣ ਉਹਨਾਂ ਲੋਕਾਂ ਨੇ ਵੀ ਕਹਿਣਾ ਵੀ ਜਦੋਂ ਤਾਂ ਜੀ ਸਾਡੇ ਸਿੱਖਾਂ ਨੂੰ ਕ੍ਰਿਸਚਨਟੀ ਬਦਲਾਈ ਜਾਂਦੀ ਜਾਂ ਕ੍ਰਿਸਚਨ ਬਣਾਇਆ ਜਾਂਦਾ, ਉਦੋਂ ਜੀ ਬੜੇ ਸਿੱਖ ਉਹਨਾਂ ਨੇ ਕਹਿਣਾ ਤੜਫਦੇ ਆ ਜੀ। ਹਾਲਾਂਕਿ ਇਹ ਸਿੱਖਾਂ ਨੇ ਹੀ ਸਵਾਲ ਕਰਨੇ ਆ ਜੀ। ਤੇ ਅੱਜ ਵੀ ਕ੍ਰਿਸਚਨ ਧਰਮ ਤੋਂ ਆ ਕੇ ਫਿਰ ਅਸੀਂ ਕਹਿੰਦੇ ਜੀ ਬਹੁਤ ਵਧੀਆ ਚੜ੍ਹਦੀ ਕਲਾ ਹੋਊਗੀ ਜੀ। ਦੇਖੋ, ਅਸੀਂ ਇਹਨਾਂ ਨੂੰ ਪਹਿਲਾਂ ਹੀ ਗੱਲ ਕਰੀ ਸੀ ਇਹ ਵੀ ਕਿਸੇ ਦਾ ਧਰਮ ਜ਼ਬਰਦਸਤੀ ਬਦਲਣਾ ਬਿਲਕੁਲ ਗਲਤ ਆ। ਹਾਂਜੀ। ਤੁਸੀਂ ਕੱਲ੍ਹ ਨੂੰ ਇਹ ਨਾ ਕਿ ਤੁਹਾਡਾ ਪਰਿਵਾਰ ਕਹੇ ਜਾਂ ਹੋਰ ਕਹੇ। ਪਰ ਇੱਕ ਹੋਰ ਗੱਲ ਆ, ਹਾਂਜੀ, ਇਹ ਕ੍ਰਿਸਚਨ ਨਹੀਂ ਹੈਗੇ, ਇਹਨਾਂ ਨੂੰ ਬਣਾਇਆ ਗਿਆ ਪਹਿਲਾਂ। ਇਹ ਆਦਿਵਾਸੀ ਇਹਨਾਂ ਨੂੰ ਧੱਕੇ ਨਾਲ ਕ੍ਰਿਸਚਨ ਬਣਾਇਆ ਗਿਆ ਸੀ। ਇਹਨਾਂ ਦਾ ਪੂਰਾ ਜਿਹੜਾ ਕੌਮ ਵੀ ਉੱਥੇ
ਇਹਨਾਂ ਦਾ ਸਾਰੇ ਇਹਨਾਂ ਨੂੰ ਧੱਕੇ ਨਾਲ, ਜਿਵੇਂ ਉਹ ਹੁਣ ਇੱਥੇ ਕਰਦੇ ਨੇ, ਹਾਂਜੀ ਹਾਂਜੀ ਇਹਨਾਂ ਦੇ ਪੂਰਵਜ ਨੇ ਦੱਸਿਆ ਇਹਨਾਂ ਨੇ ਵੀ ਸਾਡੇ ਪੂਰਵਜਾਂ ਨੂੰ ਧੱਕੇ ਨਾਲ ਕ੍ਰਿਸਚਨ ਬਣਾਇਆ ਗਿਆ। ਜੀ ਜੀ ਇਹ ਮੂਲ ਨਿਵਾਸੀ ਨੇ ਭਾਰਤ ਦੇ, ਤੇ ਹੁਣ ਇਹ ਸਿੱਖ ਧਰਮ ਦੇ ਵਿੱਚ ਆ ਗਏ। ਹੁਣ ਇਹਨਾਂ ਨੂੰ ਪੁੱਛੋ ਸਾਰਾ ਕੁਝ। ਹਾਂਜੀ, ਕੀ ਨਾਮ ਹੈ ਜੀ? ਵਾਹਿਗੁਰੂ जी का खालसा। वाहिगुरु जी का खालसा, वाहिगुरु जी की फतेह। मेरा पहले तारिका तरंगनी लकड़ा नाम था। अच्छा। अभी मेरा नाम जरनैल कौर है। ਜਰਨੈਲ ਕੌਰ ਪਹਿਲੇ ਕੀ ਸੀ ਜੀ? तारिका तरंगनी लकड़ा। ਤਾਰਿਕਾ ਤਰੰਗਣੀ ਲੱਕੜਾ। ਹਾਂਜੀ। ਕਾਫੀ ਵੱਡਾ ਨਾਮ ਸੀ। ਤੇ ਇਹ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਤੁਹਾਨੂੰ ਪਹਿਲਾਂ ਕ੍ਰਿਸਚਨ ਜ਼ਬਰਦਸਤੀ ਬਣਾਇਆ ਗਿਆ ਸੀਗਾ। जी पहले हमारी पीढ़ियाँ जो क्रिश्चियन बनी, ਹਾਂਜੀ गरीबी और जो कुछ वहाँ सहने के लिए था, तो क्रिश्चियनिटी ने वहाँ पे पढ़ाया, लोगों को कुछ सुविधाएं दी, जिसकी वजह से लोग वहाँ क्रिश्चियन बने। हमारा परिवार भी उसी में क्रिश्चियन बना। तो फिर क्रिश्चियन के बाद आप लोगों को क्यों लगा कि अभी हमें सिक्खी धारण करनी चाहिए या सिख धर्म में आना चाहिए? जी मैं जैसे क्रिश्चियन है, हम जानते हैं कि क्रिश्चियन धर्म जो है वो विदेश से आया है। जी। लोगों ने विदेश से इसको पालन किया है। तो हमारे गुरुओं ने जब हमारे देश में ही इतने हमारे लिए कर्म किए हैं, इतने बलिदान दिए हैं, जी तो फिर हम बाहरी को क्यों देखें। मैं यीशु मसीह की बुराई नहीं करती। उन्होंने जो किया अपने जीवन में, उन्होंने विदेशों में किया। हमारे गुरुओं ने जब हमारे देश में हमारे लिए इतना किया है, तो फिर हमें अपने गुरुओं के पास आना चाहिए। हमें बाहर नहीं जाना है। नहीं, लेकिन अगर आज की डेट में हम देखते हैं कि जो विदेशों में भी लोग हैं वो सिक्खी को धारण करते हैं, कुछ अंग्रेज़ लोग भी हैं, तो वो तो ऐसे नहीं सोचते कि क्रिश्चियन ने यहाँ पे, फिर तो वो सोचेंगे यीशु मसीह ने यहाँ पे किया है, गुरु गोबिंद सिंह ने तो वहाँ पे किया है। लेकिन बात तो सत्य की होनी चाहिए ना जी। बात सत्य की होनी चाहिए। और मैंने देखा वहाँ जैसे गुरु साहब के नाम पर सिंघू बॉर्डर पे कैसे सब इकट्ठे हो जाते थे। और फिर कोरोना काल में भी देखा कि सभी किसान, मैं भी किसान परिवार से हूँ, और मैं किसान होने के नाते 20 सालों से हमारे ऊपर बहुत सारे जुल्म हुए हैं। मैंने बहुत सारी चीज़ें बताई है। तो उन जुल्मों से लड़ने के लिए संघर्ष करते रहने के बाद भी मैं अपने आप को बहुत कमज़ोर समझ रही थी, बहुत अकेलापन महसूस कर। पर अब मैं सिक्खी में आने में मैं 1.25 लाख हूँ। अच्छा, मैं महसूस करती हूँ इस चीज़ को। बाबा जी ने जब मेरा नाम दिया जरनैल कौर, बाबा जी ने जब मेरा नाम दिया जरनैल कौर, आज भी मेरे घर पुलिस आती है, परेशान करते हैं, गैर सरकारी कर्मचारी परेशान। मैं महसूस करती हूँ कि संत जरनैल सिंह ने कितना संघर्ष किया होगा। मैं उनको अपने साथ महसूस करती हूँ। मैं आपको वो चीज़ बता नहीं सकती। तो मेरे अंदर वो ताकत आ रही है ना, अपनी मिट्टी से जुड़ने की एक ताकत आ रही है। तो सिक्खी का यही है। सिख बाबा जी ने बताया सीखते रहो। बाबा जी ने मुझे कुछ नहीं बताया सिक्की के बारे में। उन्होंने बोला जो कुछ तुम आओ देखो, सीखते रहो, बस सीखते रहना ही सिक्की है। बाबा जी ने कहीं ये तो नहीं कहा कि आप इधर आ जाओ, आपको इतना पैसा दिया जाएगा, नहीं। पढ़ाई वगैरह? नहीं जी, नहीं जी, कोई लालच? नहीं नहीं, कुछ भी नहीं। मैंने जो देखा वहाँ पर, मैंने खुद बाबा जी से कहा कि बाबा जी मुझे भी सिंगनी सजना है। अच्छा। तो बाबा जी ने बोला कि तुम्हारे घर के लोग, तुम्हारे पति, बच्चे, गांव के जो समाज के लोग हैं, वो तुमको ऑब्जेक्शन करेंगे, कुछ बोलेंगे, सवाल करेंगे, फिर तुम वहाँ जाके बाणा उतार दोगी। तो फिर मैंने बोला बाबा जी आप मेरे घर में बात कर लीजिए, मैं वीडियो कॉल से आपको बात करवाती हूँ। फिर मेरे बेटे से बात किया, मेरे पति से बात किए, और एक बेटा है वो भी लॉ कर रहा है, उससे भी बात किए। तो सब ने बोला कि अगर मुझे सिंगनी सजना है तो वो सारे भी सिंह सज जाएंगे। अच्छा, आप भी सिंह सज गए? हाँ जी, हाँ जी। क्या नाम रख दिया आप? अकाल जोत सिंह। अकाल जोत सिंह। हाँ जी। अकाल जोत सिंह को कैसे लगा? मम्मी के पीछे तो नहीं कहीं भाई माता ने? ना ना, हाँ जी। मम्मी के पीछे नहीं, मैं अपना चलता, मैं अपनी सोच है, अपने मन से मैं अमृत छक गया। क्या कौन सी वो चीज़ थी जिसने प्रभावित कर दिया सिख धर्म की? ऐसी बाकी धर्मों में लोगों को हर जगह गुलाम बना कर ही रखने का दिखा गया है, लेकिन गुरु साहब ने सिक्खी में इतनी आज़ादी दे दी कि आप कुछ भी करो, आप अपने मन के अपने मालिक खुद हो। ये चीज़ जी बहुत बड़ी लगी। अच्छा, तो बाकी के धर्मों के लोग भी तो ऐसे ही फिर रहे हैं, तो ना चल जी ना, फिर रहे हैं। उस धर्मों में जैसा बताया जाता है ना वैसा होता नहीं है। वो बाहर लोग वैसे नहीं होते। लोग धर्मों में कुछ भी बोल दे लेकिन वो वैसे नहीं होते। वो धर्म गुरु ही उनको दबा के रख देते हैं।
तो इसमें अब अभी आज़ादी फील होता है? हाँ जी हाँ, खुली आज़ादी, कोई डर नहीं। ਗੱਤਕੇ ਦੇ ਪੂਰਾ ਕਢਾ ਦਿਆ ਜੀ ਇਹ अच्छा, गतका भी खेलते हैं आप? हाँ जी, ਪੂਰਾ ਚੜ੍ਹਦੀ ਕਲਾ खेल के बता दे, अभी खेल के रुक बता जा। दे। अभी कोई दिखाओ कोई। ਜ਼ੋਰ ਦਿਖਾ ਦਿਓ। ਚਲੋ ਬਿਲਕੁਲ ਜੀ। ਸੋ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਦੇ ਵਿੱਚ ਆਏ ਨੇ ਇਹ ਵੀਰ ਭੈਣ ਤੇ ਇਹਨਾਂ ਦਾ ਸਾਰਾ ਪਰਿਵਾਰ। ਤੇ ਜਿਵੇਂ ਬਾਬਾ ਰਾਜਾ ਰਾਜ ਸਿੰਘ ਜੀ ਨੇ ਵੀ ਦੱਸਿਆ ਵੀ ਇਹ, ਪਿੱਛੇ ਹੋ ਜਾ ਮਾੜਾ ਮਾੜਾ ਦੂਰ। ਜਿਵੇਂ ਬਾਬਾ ਜੀ ਨੇ ਵੀ ਦੱਸਿਆ ਵੀ ਇਹਨਾਂ ਨੂੰ ਕੋਈ ਜ਼ਬਰਦਸਤੀ ਨਹੀਂ ਕੀਤਾ ਗਿਆ, ਖੁਦ ਤਿਆਰ ਹੋਇਆ ਸਿੱਖੀ ਨੂੰ ਵੇਖਣ ਤੋਂ ਬਾਅਦ, ਸਿੱਖੀ ਤੋਂ ਪ੍ਰਭਾਵਿਤ ਹੋਇਆ। ਸੋ ਤੁਸੀਂ ਸਾਰੀ ਗੱਲਬਾਤ ਦੇਖੀ ਤੇ ਹੁਣ ਜ਼ਰੂਰ ਕਹਾਂਗੇ ਵੀ ਇੱਕ ਵਾਰ ਤੁਸੀਂ ਜ਼ੋਰ ਦੇਖ ਲਿਓ, ਮੈਨੂੰ ਤੇ ਸਤਨਾਮ ਸਿੰਘ ਨੂੰ ਇਜਾਜ਼ਤ ਦੇ ਦਿਓ ਤੇ ਜ਼ਰੂਰ ਦਿਖਾਓ। ਸਿੰਗਲ ਹੀ ਘਮਾ ਦਿਓ। ਬੋਲੇ ਸੋਨੇ ਹਰੇ। ਇਹ ਦੇਖੋ ਤੋਂ ਹੀ ਹੋਇਆ ਇਹ ਸਾਰੀ ਟ੍ਰੇਨਿੰਗ ਇਹਨਾਂ ਨੂੰ 1 ਸਾਲ ਤੋਂ ਹੀ ਦਿੱਤੀ ਆ। ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਦੀ ਤਰਨਾ ਦਲ ਜਿਹੜੇ ਮੁਖੀ ਨੇ ਉਹ ਉੱਥੇ ਜਾ ਕੇ ਚਲਾ ਕੇ ਫਿਰ ਗੱਤਕਾ ਕਰਦੇ। ਰਹਿ ਕੇ ਆਏ, ਸਾਰਾ ਕੁਝ ਦੱਸਿਆ, ਇਹਨਾਂ ਨੂੰ ਸਿੱਖਿਆ ਦਿੱਤੀ। ਇਹਨਾਂ ਦਾ ਸਾਰਾ ਪਰਿਵਾਰ ਕੀ ਹੋਰ ਵੀ ਆਲੇ ਦੁਆਲੇ ਜਿੰਨੇ ਵੀ ਉੱਥੇ RSS ਦਾ ਬਹੁਤ ਵੱਡਾ ਗਲਬਾ ਜੀ ਜੀ। ਛੱਤੀਸਗੜ੍ਹ ਦੇ ਵਿੱਚ ਜਿੰਨੇ ਪਿੰਡਾਂ ਦੇ ਵਿੱਚ ਗਏ, ਫਿਰ ਵੀ ਇਹ ਤਕੜੇ ਨੇ। ਚੜ੍ਹਦੀ ਕਲਾ ਦੇ ਵਿੱਚ ਜਿਹੜੀ ਸਿੱਖੀ ਦਾ ਹੋਰ ਵੀ ਪ੍ਰਚਾਰ ਕਰ ਰਹੇ ਨੇ। ਉੱਥੇ ਨਿਸ਼ਾਨ ਸਾਹਿਬ ਵਿੱਚ ਲਾਤਾ, ਹੁਣ ਇਹਨਾਂ ਦੇ ਉੱਥੇ ਦਰਬਾਰ ਸਾਹਿਬ ਬਣਾਉਣਾ। ਗੁਰੂ ਕਿਰਪਾ ਕਰਨ। ਦੇਖੋ ਸਤਿਗੁਰਾਂ ਨੇ ਸਾਨੂੰ 96 ਕਰੋੜੀ ਦਾ ਖਿਤਾਬ ਬਖਸ਼ਿਆ ਖਾਲਸੇ ਨੂੰ। ਜੀ ਜੀ। 96 ਕਰੋੜੀ ਕਿਹਾ, 96 ਕਰੋੜੀ ਮੇਰਾ ਖਾਲਸਾ ਉਹਦੀ ਰਸਤ ਪਈ ਆ ਮਾਲ ਟੇਕੜੀ ਸੰਗਤ ਸਾਹਿਬ ਉੱਥੇ ਵੀ ਇੱਥੇ 96 ਕਰੋੜ ਖਾਲਸਾ ਆਊਗਾ। ਤੇ ਹੁਣ ਅੱਜ ਵਰਲਡ ਦੇ ਵਿੱਚ ਜਿਹੜੀ ਸਿੱਖਾਂ ਦੀ ਗਿਣਤੀ ਆ ਉਹ ਤਾਂ 2.5 ਕਰੋੜ, ਆਪਾਂ ਕਹੇ 3 ਕਰੋੜ ਆ ਪੂਰੇ ਵਰਲਡ ਦੇ ਵਿੱਚ। ਫਿਰ 96 ਕਰੋੜ ਕਿੱਥੋਂ ਬਣੂਗਾ? ਗਿਣਤੀ ਸਾਡੀ 2.5 ਕਰੋੜ ਆ। 96 ਕਰੋੜ ਕਦੋਂ ਬਣਿਆ? ਦੇਖੋ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਵੇਲੇ ਪੂਰੇ ਭਾਰਤ ਦੇ ਵਿੱਚੋਂ ਲਏ। ਜੀ ਜੀ। ਬਿਦਰ ਤੋਂ ਆਏ, ਕਰਨਾਟਕਾ ਤੋਂ ਆਏ, ਲਾਹੌਰ ਤੋਂ ਆਏ, ਪੂਰੇ ਭਾਰਤ ਦੇ ਵਿੱਚੋਂ ਲਏ ਨਾ। ਤੇ ਫਿਰ ਹੁਣ ਸਾਨੂੰ ਵੀ ਭਾਰਤ ਦੇ ਵਿੱਚ ਜਾਣਾ ਪਊਗਾ। ਭਾਰਤ ਦੀ ਗਿਣਤੀ ਆ ਜਿਹੜੀ ਅਰਬਾਂ ਦੀ ਆ। ਜੀ ਜੀ। ਉਹ ਸਿੰਘ ਬਣਨ ਨੂੰ ਤਿਆਰ ਨੇ, ਜਿਵੇਂ ਛੱਤੀਸਗੜ੍ਹ ਦੇ ਵਿੱਚ ਤਿਆਰ ਕਰੇ ਨੇ। ਯੂਪੀ ਦੇ ਵਿੱਚ ਵੀ ਜਾ ਕੇ ਅਸੀਂ ਪ੍ਰਚਾਰ ਕਰਿਆ। ਹਜ਼ਾਰਾਂ ਜਿਹੜੇ ਉੱਥੇ ਯੂਪੀ ਦੇ ਸੀਗੇ ਸਿੱਖ, ਉਹ ਸਾਰੇ ਤਿਆਰ ਪਤਿਆਰ ਨਿਹੰਗ ਸਿੰਘ ਬਣ ਗਏ। ਉਹ ਜਦੋਂ ਬੋਲਣਗੇ ਫੇਰ ਹੀ ਪਤਾ ਲੱਗੂ ਵੀ ਇਹ ਉੱਧਰਲਾ ਯੂਪੀ ਦਾ। ਮਹਾਰਾਸ਼ਟਰ ਦੇ ਵਿੱਚ ਵੀ ਅਸੀਂ ਗਏ, ਸਾਰੇ ਜਾ ਕੇ ਜਿਹਨੇ ਪ੍ਰਚਾਰ ਕੀਤਾ। ਉੱਥੇ ਤਿਆਰ ਪਤਿਆਰ ਸਿੰਘ ਸਜਾ ਰਹੇ ਆ। ਸਾਡੀਆਂ ਜਿਹੜੀ ਵੱਡੀਆਂ ਸੰਸਥਾਵਾਂ ਨੇ ਉੱਧਰ ਜਿਹੜੀਆਂ ਹੁਣ ਇਹ ਖਾਲਸਾ ਵਹੀਰ ਆ, ਇਹ ਉੱਧਰ ਨੂੰ ਵੀ ਰੁੱਖ ਕਰੇ ਭਾਰਤ ਦੇ ਵੱਲ। ਜਦੋਂ ਅਸੀਂ ਭਾਰਤ ਦੇ ਸੂਬਿਆਂ ਦੇ ਵਿੱਚ ਜਾਵਾਂਗੇ, ਉਹ ਤਿਆਰ ਪ੍ਰਤਿਆਰ ਬੈਠੇ ਨੇ ਵੀ ਸਾਨੂੰ ਕੋਈ ਗੱਲ ਨਾਲ ਲਾਵੇ। ਭਾਰਤ ਦੇ ਵਿੱਚ ਜਿਹੜਾ ਬ੍ਰਾਹਮਣਵਾਦ ਦਾ RSS ਦਾ ਗਲਬਾ, ਜਿਹੜੇ ਮੂਲ ਨਿਵਾਸੀ ਨੇ ਜਿਨ੍ਹਾਂ ਨੂੰ ਕਿਹਾ ਜਾਵਾਂ, ਅੱਜ ਉਹਦੇ ਵਿੱਚ 6743 ਜਾਤਾਂ ਭਾਰਤ ਦੇ ਵਿੱਚ ਜਿਹੜੀਆਂ ਵੰਡਤੀਆਂ ਨੇ, ਬਣਾਤੀਆਂ ਮਨੂਵਾਦੀ ਨੇ। ਉਹ ਸਾਰੀਆਂ ਜਾਤਾਂ ਜਿਹਦੇ ਵਿੱਚ ਆਪਣੇ OBC ਆ ਗਏ, ST ਆ ਗਏ, ਲੰਗਾਇਤ ਆ ਗਏ, ਜੈਨੀ ਆ ਗਏ, ਬੋਧੀ ਆ ਗਏ। ਇਹ ਸਾਰੇ ਜਿੰਨੇ ਵੀ ਜਾਤਾਂ ਦੇ ਲੋਕ ਨੇ ਉਹ ਸਾਰੇ RSS ਤੋਂ, ਬ੍ਰਾਹਮਣਵਾਦ ਤੋਂ ਤੰਗ ਹੋਏ ਪਏ ਨੇ। ਉਹਨਾਂ ਨੂੰ ਇਹ ਤੰਗ ਕਰ ਰਹੇ ਨੇ ਮੋਦੀ ਸਰਕਾਰ, RSS ਉਹਨਾਂ ਉੱਤੇ ਆਪਦਾ ਜ਼ੁਲਮ ਕਰ ਰਹੀ ਹੈ। ਜਿਵੇਂ ਆਪਣੇ ਸਿੱਖਾਂ ਉੱਤੇ ਇੱਥੇ ਹੋ ਰਿਹਾ, ਸਾਡੇ ਬੰਦੀ ਸਿੰਘ ਨਹੀਂ ਛੱਡੇ ਜਾ ਰਹੇ, ਇਹ ਜ਼ੁਲਮ ਹੀ ਆ। ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਦਾ ਇਨਸਾਫ ਨਹੀਂ ਦਿੱਤਾ ਜਾ ਰਿਹਾ। ਜਿਹੜੇ ਸਿੰਘ ਇਨਸਾਫ ਮੰਗਦੇ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ, ਉਹਨਾਂ ਦਾ ਕੋਈ ਇਨਸਾਫ ਨਹੀਂ। ਸਾਡੇ ਨਾਲ ਧੱਕਾ ਹੀ ਆ। ਇਸੇ ਤਰ੍ਹਾਂ ਇਹਨਾਂ ਮੂਲ ਨਿਵਾਸੀ ਲੋਕਾਂ ਉੱਤੇ ਵੀ ਜਿਹੜੀ ਸਰਕਾਰ ਆ ਉਹ ਧੱਕਾ ਕਰ ਰਹੀ ਆ। ਇਹ ਵੀ ਉਹਨਾਂ ਤੋਂ ਆਜ਼ਾਦ ਹੋਣਾ ਚਾਹੁੰਦੇ ਨੇ। ਇਹ ਸਾਰੇ ਸਿੱਖ ਬਣਨ ਨੂੰ ਤਿਆਰ ਨੇ। ਦੇਖਿਆ ਸਿੰਘੂ ਬਾਰਡਰ ਦੇ ਉੱਤੇ 1 ਸਾਲ ਉੱਥੇ ਰਿਹਾ। ਅਸੀਂ ਕਹਿੰਦੇ ਸੀ ਵੀ ਜੇ ਕਿਸੇ ਨੇ ਸਿੱਖ ਰਾਜ ਦੀਆਂ ਝਲਕੀਆਂ ਦੇਖਣੀਆਂ ਨੇ, ਉਹ ਸਿੰਘੂ ਬਾਰਡਰ 'ਤੇ ਆ ਕੇ ਦੇਖੇ। ਉੱਥੋਂ ਜਦੋਂ ਸਾਲ ਭਰ ਸਿੰਘੂ ਬਾਰਡਰ 'ਤੇ ਜਾਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨੀ ਮੋਰਚਾ ਚੱਲਿਆ, ਜਿਹੜੇ ਪੂਰੇ ਸੂਬੇ ਦੇ ਭਾਰਤ ਦੇ ਸੂਬਿਆਂ ਦੇ ਹੋਰ ਲੋਕ ਆਏ ਉੱਥੇ, ਸਾਰੇ ਸੂਬਿਆਂ ਦੇ ਵਿੱਚ ਚੱਲ ਕੇ ਉਹਨਾਂ ਨੇ ਦੇਖਿਆ ਸਿੱਖਾਂ ਦਾ ਵਰਤਾਰਾ, ਸਿੱਖਾਂ ਦੀ ਅਹਿਮ ਭੂਮਿਕਾ ਦੇਖੀ। ਉੱਥੇ ਬਾਰਡਰਾਂ 'ਤੇ ਲੰਗਰ ਚੱਲਦੇ ਦੇਖੇ, ਸਰਕਾਰ ਦੇ ਨਾਲ ਟਕਰਾਅ ਦੇਖਿਆ, ਹਿੰਮਤ ਦੇਖੀ, ਦਲੇਰੀ ਦੇਖੀ। ਤੇ ਜੋ ਕੁਛ ਉੱਥੇ ਦੇਖਿਆ ਉਹਨਾਂ ਦੇ ਮਨਾਂ ਦੇ ਵਿੱਚ ਹੀ ਵਸ ਗਿਆ ਵੀ ਅਸੀਂ ਵੀ ਸਿੱਖ ਬਣਨਾ, ਅਸੀਂ ਵੀ ਅੰਮ੍ਰਿਤਧਾਰੀ ਹੋਣਾ। ਇਸ ਕਰਕੇ ਉਹ ਸਾਨੂੰ ਉਡੀਕਦੇ ਨੇ। ਸਾਨੂੰ ਬਾਹਰਲੇ ਸੂਬਿਆਂ ਦੇ ਵਿੱਚ ਜਾਣਾ ਚਾਹੀਦਾ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਵਚਨ ਆ
ਮੇਰਾ ਖਾਲਸਾ 96 ਕਰੋੜ ਹੋਊਗਾ, ਫਿਰ ਹੀ ਅਸੀਂ 96 ਕਰੋੜ ਬਣਾਂਗੇ ਜੇ ਅਸੀਂ ਪੂਰੇ ਭਾਰਤ ਦੇ ਵਿੱਚ ਜਾ ਕੇ ਆਪਣੇ ਸਿੱਖੀ ਦਾ ਪ੍ਰਚਾਰ ਕਰਾਂਗੇ। ਜਿਵੇਂ ਗੁਰੂ ਨਾਨਕ ਸਾਹਿਬ ਹੋ ਗਏ, 10ਵੇਂ ਪਾਤਸ਼ਾਹ ਨੰਦੇੜ ਮਹਾਰਾਸ਼ਟਰ ਤੱਕ ਗਏ, ਸਾਨੂੰ ਵੀ ਜਾਣਾ ਚਾਹੀਦਾ। ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ।